ਧੰਨ ਵਾਹਿਗੁਰੂ ਜੀਓ। ਕੌਣ ਕੋ ਕਲੰਕ ਰਹਿਓ, ਰਾਮ ਨਾਮ ਲੇਤ ਹੀ। ਪਤਿਤ ਪਵਿੱਤ ਭਏ, ਰਾਮ ਕਹਿਤ ਹੀ। ਰਹਾਉ ਰਾਮ ਸੰਗ ਨਾਮ ਦੇਵ ਜਨ ਕੋ ਪ੍ਰਤਗਿਆ ਆਈ। ਏਕਾਦਸ਼ੀ ਬ੍ਰਤ ਰਹੈ, ਕਾਹੇ ਕੋ ਤੀਰਥ ਜਾਇ। ਭਨਤ ਨਾਮ ਦਿਓ, ਸੁਕ੍ਰਿਤ ਸੁਮਤ ਭਏ। ਗੁਰਮਤਿ ਰਾਮ ਕਹੈ, ਕੋ ਨਾ ਬੈਕੁੰਠ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਦੀ ਮੁਬਾਰਕ ਸੰਗਤ ਵਿੱਚ ਬੈਠ ਕੇ ਬੜੇ ਪ੍ਰੇਮ ਇਕਾਗਰਤਾ ਨਾਲ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕਰਕੇ ਸਤਿਗੁਰੂ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ, ਸਤਿਗੁਰਾਂ ਦੇ ਉਪਦੇਸ਼ ਨਾਲ ਜੁੜਨ ਦਾ ਯਤਨ ਕੀਤਾ ਹੈ। ਸਤਿਗੁਰੂ ਦੀ ਮਿਹਰ ਦੇ ਪਾਤਰ ਬਣ ਕੇ ਆਪਾਂ ਇਹ ਯਤਨ ਕਰ ਰਹੇ ਹਾਂ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਭਗਤ ਨਾਮਦੇਵ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦਾਂ ਨੂੰ, ਜੋ ਕਿ ਵੱਖ-ਵੱਖ ਰਾਗਾਂ ਦੇ ਵਿੱਚ 61 ਸ਼ਬਦ ਭਗਤ ਨਾਮਦੇਵ ਸਾਹਿਬ ਮਹਾਰਾਜ ਦੇ ਦਰਜ ਹਨ, ਉਹਨਾਂ ਨੂੰ ਵਿਚਾਰਨ ਦਾ, ਜਿਸ ਵਿੱਚ ਆਪ ਜੀ ਨੇ ਜਿਸ ਪਾਵਨ ਸ਼ਬਦ ਦਾ ਪਾਠ ਹੁਣੇ ਹੀ ਸ਼ਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 718 ਉੱਪਰ ਇਹ ਪਾਵਨ ਸ਼ਬਦ ਸੁਭਾਈਮਾਨ ਹੈ। ਰਾਗ ਟੋਡੀ ਦੇ ਵਿੱਚ ਇਹ ਦੂਸਰਾ ਸ਼ਬਦ ਹੈ ਔਰ ਇਸ ਰਾਗ ਦੇ ਅੰਦਰ ਕੁੱਲ 3 ਸ਼ਬਦ ਭਗਤ ਜੀ ਦੇ ਦਰਜ ਹਨ। ਰਹਾਉ ਦੇ ਬੰਦ ਵਿੱਚ ਬਾਬਾ ਨਾਮਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕੌਣ ਕੋ ਕਲੰਕ ਰਹਿਓ, ਰਾਮ ਨਾਮ ਲੇਤ ਹੀ। ਕਲੰਕ ਤੋਂ ਭਾਵ ਹੈ ਐਬ, ਦੋਖ, ਜੀਵਨ ਦੇ ਉੱਤੇ ਲੱਗਾ ਹੋਇਆ ਧੱਬਾ। ਜਦੋਂ ਮਨੁੱਖ ਆਪਣੇ ਕਰਮ ਦੀ ਪੜਚੋਲ ਕਰਦਾ ਹੈ ਤਾਂ ਉਸ ਵੇਲੇ ਮਨੁੱਖ ਨੂੰ ਆਪਣੇ ਕਰਮਾਂ ਦੇ ਵਿੱਚ ਕਿਤੇ ਖਰਾਬੀ ਜਦੋਂ ਅਨੁਭਵ ਹੁੰਦੀ ਹੈ, ਮਹਿਸੂਸ ਹੁੰਦੀ ਹੈ, ਸਭ ਤੋਂ ਵੱਡੀ ਗੱਲ ਹੈ ਜਦੋਂ ਮਨੁੱਖ ਆਪਣੇ ਦੋਖ, ਆਪਣੇ ਐਬ ਖੁਦ ਵੇਖਣੇ ਆਰੰਭ ਕਰ ਦਿੰਦਾ ਹੈ ਤਾਂ ਉਹ ਉਹਨਾਂ ਨੂੰ ਦੂਰ ਕਰਨ ਵਾਸਤੇ ਕੋਈ ਚਾਰਾ ਜੋਈ ਜਾਂ ਯਤਨ ਕਰਦਾ ਹੈ। ਕਈ ਵਾਰ ਐਸਾ ਵੀ ਵਾਪਰਦਾ ਹੈ, ਮਨੁੱਖ ਕਿਸੇ ਐਬ ਦੇ ਨਾਲ, ਕਿਸੇ ਦੋਖ ਦੇ ਨਾਲ, ਕਿਸੇ ਕਲੰਕ ਦੇ ਨਾਲ ਆਪਣੀ ਜ਼ਿੰਦਗੀ ਕੱਟਣ ਨੂੰ, ਆਪਣੇ ਜੀਵਨ ਨੂੰ ਬਸਰ ਕਰਨ ਨੂੰ ਆਪਣੀ ਆਦਤ ਬਣਾ ਲੈਂਦਾ ਹੈ, ਉਹਦੇ ਨਾਲ ਰਹਿਣਾ ਸਿੱਖ ਜਾਂਦਾ ਹੈ। ਵੈਸੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਜਿਸ ਵੇਲੇ ਆਪਾਂ ਪੜ੍ਹਦੇ ਹਾਂ ਤੇ ਸਤਿਗੁਰੂ ਨੇ ਇਹਨਾਂ ਪੱਖਾਂ ਦੇ ਉੱਤੇ ਬੜਾ ਡੂੰਘਾ ਚਾਨਣਾ ਪਾਇਆ ਹੈ ਕਿ ਜਿਉਂ-ਜਿਉਂ ਕਿਸੇ ਮੰਦੇ ਕਰਮ ਦਾ ਅਭਿਆਸ ਸਾਡੇ ਜੀਵਨ ਵਿੱਚ ਵੱਧਦਾ ਜਾਂਦਾ ਹੈ
ਤਿਉਂ-ਤਿਉਂ ਉਹ ਮੰਦਾ ਕਰਮ ਸਾਡੇ ਜੀਵਨ ਦੇ ਅੰਦਰ, ਸਾਡੀ ਬਣਤਰ ਦੇ ਵਿੱਚ ਫੈਲਦਾ ਅਤੇ ਵੱਸਦਾ ਜਾਂਦਾ ਹੈ, ਅਤੇ ਹੌਲੀ-ਹੌਲੀ ਸਾਨੂੰ ਉਹ ਓਪਰਾ ਲੱਗਣੋਂ ਹਟ ਜਾਂਦਾ ਹੈ, ਸਾਨੂੰ ਉਹ ਵੱਖਰਾ ਲੱਗਣੋਂ ਹਟ ਜਾਂਦਾ ਹੈ, ਸਾਨੂੰ ਫੀਲ ਹੋਣੋਂ ਹਟ ਜਾਂਦਾ ਹੈ ਵੀ ਇਹ ਕੁਝ ਗਲਤ ਹੋ ਰਿਹਾ, ਕਿਉਂਕਿ ਉਹਨੇ ਸਾਡੀ ਬਣਤਰ ਵਿੱਚ, ਸਾਡੇ ਸੰਸਕਾਰਾਂ ਅਤੇ ਸੁਰਤ ਦੇ ਵਿੱਚ ਇੰਨੀ ਡੂੰਘੀ ਜੜ ਪਾ ਲਈ ਹੁੰਦੀ ਹੈ ਕਿ ਉਸ ਆਦਤ, ਉਸ ਕਰਮ ਤੋਂ ਬਿਨਾਂ ਜੀਣਾ ਸਾਨੂੰ ਅਜੀਬ ਜਿਹਾ ਲੱਗਦਾ ਹੈ, ਉਹਦੇ ਨਾਲ ਜੀਣਾ ਸਾਨੂੰ ਚੰਗਾ ਲੱਗਣ ਲੱਗ ਜਾਂਦਾ ਹੈ, ਅਤੇ ਸਾਨੂੰ ਮਹਿਸੂਸ ਹੋਣੋਂ ਹਟ ਜਾਂਦਾ ਹੈ ਵੀ ਅਸੀਂ ਕੁਝ ਗਲਤ ਕਰ ਰਹੇ ਹਾਂ, ਮੰਦੇ ਪਾਸੇ ਜਾ ਰਹੇ ਹਾਂ। ਅਤੇ ਜੇ ਕਿਤੇ ਸਾਨੂੰ ਆਪਣੇ ਕੰਮ ਦੇ ਪ੍ਰਤੀ, ਆਪਣੇ ਐਬ ਦੇ ਪ੍ਰਤੀ, ਮੰਦੇ ਅਮਲ ਦੇ ਪ੍ਰਤੀ ਕਿਤੇ ਸਾਡੇ ਅੰਦਰ ਇਹ ਭਾਵਨਾ ਪੈਦਾ ਹੁੰਦੀ ਹੈ ਵੀ ਗਲਤ ਹੈ, ਤਾਂ ਇਹਦਾ ਮਤਲਬ ਹੈ ਵੀ ਸਾਡੇ ਅੰਤਰ-ਆਤਮੇ ਵਿੱਚ ਕੋਈ ਚੰਗਾ ਖਿਆਲ ਜਿਹੜਾ ਹੈ ਜਾਂ ਚੰਗਾ ਸੰਸਕਾਰ ਜਾਗਦਾ ਹੈ, ਜਿਹੜਾ ਸਾਨੂੰ ਇਹ ਰੀਅਲਾਈਜ਼ ਕਰਾਉਂਦਾ ਹੈ ਵੀ ਗਲਤ ਹੋ ਰਿਹਾ, ਨਹੀਂ ਸੀ ਹੋਣਾ ਚਾਹੀਦਾ। ਉਹ ਜਿਹੜੀ ਅੰਦਰ ਸਮਰੱਥਾ ਹੈ ਉਹ ਇਉਂ ਹੈ ਜਿਵੇਂ ਸਾਡੇ ਅੰਦਰ ਕੋਈ ਆਤਮਿਕ ਜੀਵਨ ਦੀ ਕਣੀ ਅਜੇ ਬਾਕੀ ਬਚੀ ਹੋਵੇ। ਉਹੀ ਉਹ ਚੀਜ਼ ਹੈ ਜਿਹਨੇ ਹੌਲੀ-ਹੌਲੀ ਜੇ ਉਸ ਵੱਲ ਧਿਆਨ ਦਿੱਤਾ ਜਾਏ ਤਾਂ ਉਹ ਆਤਮਿਕ ਜੀਵਨ ਦੀ ਕਣੀ ਜਿਹੜੀ ਉਹ ਸਾਡੇ ਜੀਵਨ ਨੂੰ ਬਦਲ ਸਕਦੀ ਹੈ। ਇਸ ਨੂੰ ਅਸੀਂ ਕਹਿੰਦੇ ਹਾਂ ਸੰਸਕਾਰ ਜਗਾ ਦੇਣੇ। ਇਹ ਸਾਡੇ ਮਨੋਵਿਗਿਆਨ ਨਾਲ ਸੰਬੰਧ ਰੱਖਦੀ ਚੀਜ਼ ਹੈ, ਪਰ ਆਦਤਨ ਅਸੀਂ ਗੁਰਬਾਣੀ ਦੇ ਵਿੱਚੋਂ ਵੀ ਆਪਣੇ ਮਨ ਦੇ ਪ੍ਰਤੀ ਬਹੁਤ ਘੱਟ ਸੇਧ ਪ੍ਰਾਪਤ ਕਰਦੇ ਹਾਂ। ਹਾਲਾਂਕਿ ਬਹੁਤਾਤ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਮਨ ਨੂੰ ਹੀ ਸੰਬੋਧਨ ਹੋ ਕੇ ਕਥੇ ਗਏ ਹਨ, ਮਨ ਬਾਰੇ ਹੀ ਗੱਲ ਕਰਦੇ ਹਨ, ਮਨ ਨੂੰ ਹੀ ਉਪਦੇਸ਼ ਦਿੰਦੇ ਹਨ, ਅਤੇ ਅਸੀਂ ਆਪਣੇ ਮਨ ਦੀਆਂ ਆਦਤਾਂ ਪ੍ਰਤੀ ਓਨੇ ਹੀ ਜ਼ਿਆਦਾ ਵੇਸਲੇ ਹਾਂ ਜਿੰਨਾ ਸਤਿਗੁਰੂ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ, ਕਿਉਂਕਿ ਅਸੀਂ ਉਪਦੇਸ਼ ਨੂੰ ਉਸ ਪੱਧਰ ਉੱਤੇ, ਮਨ ਦੇ ਪੱਧਰ ਉੱਤੇ ਵਿਚਾਰਨ ਦਾ ਯਤਨ ਨਹੀਂ ਕਰਦੇ। ਗੁਰਬਾਣੀ ਦਾ ਇਕੱਲੇ ਵੀ ਪਾਠ ਕਰੀਏ, ਸਾਡੇ ਕੋਲ ਸਮਾਂ ਵੀ ਹੋਵੇ, ਤਾਂ ਵੀ ਅਸੀਂ ਇੱਕ ਦੌੜ ਵਿੱਚ ਹੁੰਦੇ ਹਾਂ। ਉਸ ਬਾਣੀ ਨੂੰ ਆਪਣੇ ਆਪ ਨੂੰ ਆਨੰਦ ਦੇਣ ਲਈ, ਉਸ ਬਾਣੀ ਵਿੱਚੋਂ ਆਪਣੇ ਨਿੱਜ ਨੂੰ ਸਮਝਾਉਣ ਲਈ, ਉਸ ਬਾਣੀ ਵਿੱਚੋਂ ਆਪਣੀ ਸੁਰਤ ਦੇ ਅੰਦਰ, ਆਪਣੇ ਹਿਰਦੇ ਦੇ ਅੰਦਰ ਜਿਹੜੀ ਕਿਤੇ ਕੋਈ ਆਤਮਿਕ ਜੀਵਨ ਦੀ ਕਣੀ ਬਾਕੀ ਬਚੀ ਹੈ, ਉਸ ਨੂੰ ਲਾਗ ਲਾ ਕੇ ਜਗਾਉਣ ਦੇ ਲਈ ਅਸੀਂ ਬਹੁਤ ਘੱਟ ਚਾਰਾ ਜੋਈ ਤੇ ਯਤਨ ਕਰਦੇ ਹਾਂ। ਤਾਂ ਅਸੀਂ ਕੇਵਲ ਵਿਵਹਾਰ ਪੂਰੇ ਕਰਦੇ ਹਾਂ, ਇਹ ਸਾਡੇ ਸੁਭਾਅ ਦੇ ਵਿੱਚ ਹੈ। ਪਾਤਸ਼ਾਹ ਜੀ ਨੇ ਜਿਸ ਵੇਲੇ ਬਾਣੀ ਦੇ ਅੰਦਰ ਇਹ ਵਾਕ ਕਥਨ ਕੀਤਾ ਹੈ, ਗੁਰ ਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੇ ਮਹਿ ਦੀਨੋ, ਜਨਮ ਜਨਮ ਕੀ ਮੈਲ ਗਈ। ਇਸ ਕਥਨ ਦਾ ਭਾਵ ਵੀ ਬੜਾ ਡੂੰਘਾ ਹੈ ਔਰ ਭਗਤ ਨਾਮਦੇਵ ਸਾਹਿਬ ਜੀ ਦੇ ਸ਼ਬਦ ਦੀਆਂ ਪੰਕਤੀਆਂ ਨਾਲ ਬੜਾ ਡੂੰਘਾ ਮੇਲ ਖਾਂਦਾ ਹੈ। ਸਤਿਗੁਰੂ ਜੀ ਸਾਡੇ ਅੰਦਰ ਦੀ ਚੰਗਿਆਈ ਦੇ ਤੱਤ ਨੂੰ ਜਗਾਉਂਦੇ ਹਨ, ਸਾਡੀ ਸੁਰਤ ਨੂੰ ਉਸ ਪਾਸੇ ਵੱਲ ਮੋੜਾ ਦਿਵਾਉਂਦੇ ਹਨ ਆਪਣੇ ਉਪਦੇਸ਼ ਨਾਲ, ਅਤੇ ਉਸ ਚੀਜ਼ ਦੇ ਅਭਿਆਸ ਵਿੱਚ ਸਾਨੂੰ ਪ੍ਰੈਕਟਿਸ ਵਿੱਚ ਪਾਉਂਦੇ ਹਨ ਤਾਂ ਕਿ ਸਾਡੀ ਸੁਰਤ ਦੇ ਅੰਦਰ ਦੀ ਮੈਲ ਉਤਰ ਜਾਏ। ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰ ਪੂਰੇ ਕਾ ਜਪਿਆ ਜਾਪ, ਕਹਾ ਕਰੈ ਕੋਈ ਬੇਚਾਰਾ, ਪ੍ਰਭ ਮੇਰੇ ਕਾ ਬੜ ਪ੍ਰਤਾਪ। ਜਦੋਂ ਅਸੀਂ ਹਜ਼ੂਰ ਦੇ ਵਾਕ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤਾਪ ਦਾ ਭਾਵ ਕੀ ਹੁੰਦਾ ਹੈ? ਉਹ ਤਕਲੀਫ ਜੋ ਸਾਡੇ ਨਿੱਜ ਉੱਤੇ ਹਾਵੀ ਹੁੰਦੀ ਹੈ, ਉਹ ਦੁੱਖ ਜੋ ਸਾਡੇ ਅੰਦਰ ਹੈ, ਪਰ ਅਸੀਂ ਉਸ ਦੁੱਖ ਨਾਲ ਰਹਿਣਾ ਇੰਨਾ ਸਿੱਖ ਗਏ ਹਾਂ ਵੀ ਸਾਨੂੰ ਓਪਰਾ ਨਜ਼ਰ ਨਹੀਂ ਆਉਂਦਾ। ਕੋਈ ਅਰੋਗ ਵਿਅਕਤੀ ਜਿਹੜਾ ਹੈ, ਤੰਦਰੁਸਤ ਵਿਅਕਤੀ ਜਿਹੜਾ, ਜਦੋਂ ਕਿਸੇ ਬਿਮਾਰ ਨੂੰ ਤੱਕਦਾ ਹੈ ਤਾਂ ਉਸ ਦੇ ਅੰਦਰ ਦਇਆ ਆਉਂਦੀ ਹੈ, ਤਰਸ ਆਉਂਦਾ ਹੈ ਕਿ ਇਹ ਵਿਚਾਰਾ ਵੀ ਇਸ ਬਿਮਾਰੀ ਤੋਂ ਛੁੱਟ ਜਾਏ, ਰੋਗ ਤੋਂ ਛੁੱਟ ਜਾਏ, ਤੰਦਰੁਸਤੀ ਅਰੋਗਤਾ ਨੂੰ ਮਾਣੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਆਪਣੇ ਸਫ਼ਰ ਕਰਦੇ ਸਨ, ਉਹਨਾਂ ਨੂੰ ਬੜੇ ਲੋਕ ਐਸੇ ਮਿਲਦੇ ਸਨ ਜਿਨ੍ਹਾਂ ਦੇ ਸੁਰਤ ਨੂੰ, ਆਤਮਾ ਨੂੰ ਰੋਗਾਂ ਨੇ ਜਕੜਿਆ ਹੋਇਆ। ਹਾਲਾਂਕਿ ਕੋਈ ਬਾਹਰੀ ਤੌਰ 'ਤੇ ਨਹੀਂ ਮੰਨੇਗਾ
ਕਿ ਮਲਕ ਭਾਗੋ ਵਰਗੇ ਇਨਸਾਨ ਜਿਹੜੇ ਨੇ ਉਹ ਬਿਮਾਰ ਨੇ। ਸਤਿਗੁਰੂ ਮੰਨਦੇ ਨੇ ਵੀ ਉਹ ਬਿਮਾਰ ਹੈ, ਉਹ ਰੋਗੀ ਹੈ, ਔਰ ਉਸ ਨੂੰ ਜਿਹੜਾ ਰੋਗ ਹੈ ਉਹ ਉਸ ਰੋਗ ਦੇ ਨਾਲ ਰਹਿਣਾ ਸਿੱਖੇ। ਜ਼ੁਲਮ ਕਰਨਾ, ਕਠੋਰਤਾ ਵਿੱਚ ਰਹਿਣਾ, ਧੱਕਾ ਕਰਨਾ, ਪਰਾਇਆ ਹੱਕ ਮਾਰਨਾ, ਇਹ ਹੈ ਤੇ ਬਿਮਾਰੀ ਨਾ, ਡਿਜ਼ੀਜ਼ ਹੈ। ਵੀ ਬੰਦੇ ਕੋਲ ਜਿੰਨਾ ਆਪਣਾ ਹੈ, ਆਪਣਾ ਹੱਕ ਦਾ, ਹਲਾਲ ਦਾ, ਉਹਦੇ ਵਿੱਚ ਉਹਨੂੰ ਸੈਟਿਸਫੈਕਸ਼ਨ ਨਹੀਂ ਹੁੰਦੀ ਤੇ ਇਹਦਾ ਮਤਲਬ ਉਹ ਸਿੱਖ ਹੈ। ਇਹਨੂੰ ਗੁਰਮਤ, ਇਹਨੂੰ ਸਤਿਗੁਰਾਂ ਦਾ ਉਪਦੇਸ਼ ਬਿਮਾਰੀ ਮੰਨਦਾ। ਦੂਜੇ ਮਨੁੱਖ ਤੇ ਧੱਕਾ ਕਰਨਾ, ਜ਼ੁਲਮ ਕਰਨਾ, ਉਹਨੂੰ ਨੀਵਾਂ ਵਿਖਾਉਣਾ, ਕਠੋਰਤਾ ਨਾਲ ਪੇਸ਼ ਆਉਣਾ, ਇਹ ਜੇ ਸੁਭਾਅ ਦੇ ਵਿੱਚੋਂ ਬੰਦਾ ਟੇਸਟ ਲੈਣ ਲੱਗ ਪਿਆ, ਜੇ ਇਹੋ ਜਿਹੇ ਕੰਮ ਵਿੱਚੋਂ ਸਵਾਦ ਆਉਂਦਾ ਤੇ ਸਮਝੋ ਵੀ ਅੰਦਰ ਹਿਰਦਾ ਜਿਹੜਾ ਹੈ ਉਹ ਬਿਮਾਰ ਹੈ। ਅਸੀਂ ਨਾਰਮਲ ਨਹੀਂ ਹਾਂ, ਇੱਕ ਸਹੀ ਇਨਸਾਨ ਵਰਗੇ ਨਹੀਂ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਚੀਜ਼ ਨੂੰ ਜਾਣਦੇ ਹਨ। ਹੁਣ ਉੱਥੇ ਸਤਿਗੁਰੂ ਜੀ ਜਿਸ ਵੇਲੇ ਉਹਨੂੰ ਸਮਝਾਉਂਦੇ ਨੇ, ਉਸ ਨੂੰ ਮੱਤ ਦਿੰਦੇ ਨੇ, ਉਸ ਨੂੰ ਉਹਦੇ ਕਰਮਾਂ ਵੱਲ ਉਹਦਾ ਧਿਆਨ ਦਿਵਾਉਂਦੇ ਨੇ, ਤੇ ਸਤਿਗੁਰੂ ਜਾਣਦੇ ਹਨ ਵੀ ਜਦੋਂ ਇਹ ਬੰਦਾ ਇਸ ਰੋਗ ਤੋਂ ਮੁਕਤ ਹੋ ਜਾਏਗਾ, ਇਸ ਬਿਮਾਰੀ ਤੋਂ ਛੁਟਕਾਰਾ ਪਾ ਲਏਗਾ, ਉਸ ਵੇਲੇ ਇਹਨੂੰ ਸਾਰ ਆਏਗੀ ਕਿ ਧਰਮ ਕਿੰਨੀ ਉੱਚੀ ਚੀਜ਼ ਹੁੰਦਾ ਹੈ। ਉਹਦਾ ਜਿਸ ਵੇਲੇ ਮਹਾਰਾਜ ਨੇ ਉਸ ਪਾਸੇ ਧਿਆਨ ਦਿਵਾਇਆ, ਆਪਣੀ ਸੋਭਤ ਬਖਸ਼ੀ, ਆਪਣੀ ਸੰਗਤ ਬਖਸ਼ੀ, ਆਪਣਾ ਉਪਦੇਸ਼ ਬਖਸ਼ਿਆ, ਉਹਦੇ ਅੰਦਰ ਦੀ ਕੋਈ ਚੰਗੀ ਜਿਹੜੀ ਆਤਮਿਕ ਜੀਵਨ ਦੀ ਕਣੀ ਹੈ ਉਹ ਜਾਗ ਪਈ, ਚੰਗਾ ਸੰਸਕਾਰ ਉਹਦੇ ਅੰਦਰ ਜਾਗ ਪਈ। ਇਸੇ ਕਰਕੇ ਸਿਆਣੇ ਲੋਕਾਂ ਦਾ ਕਥਨ ਹੈ ਵੀ ਚੰਗੇ ਲੋਕਾਂ ਦੀ ਸੰਗਤ ਕਰਨ ਦਾ ਯਤਨ ਕਰੋ, ਚੰਗੇ ਵਿਹਾਰ ਵਾਲਿਆਂ ਦੀ ਸੰਗਤ ਕਰਨ ਦਾ ਯਤਨ ਕਰੋ, ਚੰਗੇ ਬਚਨ ਸੁਣੋ, ਚੰਗੇ ਵਿਚਾਰਾਂ ਨੂੰ ਸੁਣ ਕੇ, ਪੜ੍ਹ ਕੇ ਚੰਗੇ ਵਿਚਾਰ ਆਪਣੇ ਦਿਮਾਗ ਵਿੱਚ ਟਿਕਾਉਣ ਦਾ ਯਤਨ ਕਰੋ। ਇਹ ਤੁਹਾਨੂੰ ਆਤਮਿਕ ਜੀਵਨ ਪ੍ਰਦਾਨ ਕਰਦੇ ਨੇ, ਇਹ ਤੁਹਾਨੂੰ ਆਤਮਿਕ ਤੰਦਰੁਸਤੀ ਦਿੰਦੇ ਨੇ। ਜਿਵੇਂ ਆਪਾਂ ਨੂੰ ਡਾਕਟਰ ਕਹਿੰਦਾ ਨਾ ਵੀ ਤੁਸੀਂ ਆਪਣੀ ਖੁਰਾਕ ਵਧੀਆ ਖਾਓ। ਹੁਣ ਜਿਹੜਾ ਕੋਈ ਮਿਲਾਵਟ ਵਾਲੀ ਖੁਰਾਕ ਖਾਏਗਾ, ਉਹ ਭਾਵੇਂ ਕਿੰਨਾ ਵੀ ਸਰੀਰਕ ਤੌਰ ਦੇ ਉੱਤੇ ਤਕੜਾ ਹੋਵੇ, ਉਹਨੂੰ ਬਿਮਾਰੀਆਂ ਲੱਗਣਗੀਆਂ। ਮਾੜੀ ਖੁਰਾਕ, ਮਾੜਾ ਪਾਣੀ, ਮਾੜੀ ਹਵਾ ਸਰੀਰ ਦਾ ਭੱਠਾ ਬਿਠਾ ਦੇਗਾ, ਸਰੀਰ ਨੂੰ ਕਮਜ਼ੋਰ ਕਰ ਦੇਗੀ, ਰੋਗੀ ਕਰ ਦੇਗੀ। ਇਹਦਾ ਭਾਵ ਹੈ ਜਿਵੇਂ ਮਾੜਾ ਇਨਵਾਇਰਮੈਂਟ ਬਾਹਰ ਦਾ ਜਿਹੜਾ ਉਹ ਸਰੀਰ ਤੇ ਇਫੈਕਟ ਕਰਦਾ ਹੈ, ਇਸੇ ਤਰ੍ਹਾਂ ਮੰਦੀ ਸੰਗਤ ਭਾਵੇਂ ਉਹ ਤੁਸੀਂ ਸੁਣ ਕੇ ਕਰੋ, ਭਾਵੇਂ ਉਹ ਤੁਸੀਂ ਵੇਖ ਕੇ ਕਰੋ, ਭਾਵੇਂ ਉਹ ਤੁਸੀਂ ਕੋਲ ਬੈਠ ਕੇ ਕਰੋ, ਜਿਸ ਤਰ੍ਹਾਂ ਵੀ ਅਸੀਂ ਪੰਜੇ ਗਿਆਨ ਇੰਦਰੀਆਂ ਦੇ ਰਾਹੀਂ ਜੋ ਕੁਝ ਗ੍ਰਹਿਣ ਕਰਦੇ ਹਾਂ, ਜੇ ਉਹ ਘਟੀਆ ਦਰਜੇ ਦਾ ਹੋਏਗਾ, ਸਾਡੀ ਆਤਮਾ ਨੂੰ, ਸਾਡੇ ਮਨ ਨੂੰ, ਸਾਡੀ ਸੁਰਤ ਨੂੰ, ਸਾਡੇ ਹਿਰਦੇ ਨੂੰ ਰੋਗੀ ਕਰਦਾ ਹੈ, ਬਿਮਾਰ ਕਰਦਾ ਹੈ। ਜਦੋਂ ਹਜ਼ੂਰ ਕਹਿੰਦੇ ਨਾ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਤਾਂ ਉੱਥੇ ਸਤਿਗੁਰੂ ਇਸ ਪਾਸੇ ਵੱਲ ਹੀ ਸਾਡਾ ਧਿਆਨ ਦਿਵਾ ਰਿਹਾ। ਹੁਣ ਐਬ ਹੈ ਜੀਵਨ ਦੇ ਅੰਦਰ, ਕਲੰਕ ਹੈ ਜੀਵਨ ਦੇ ਅੰਦਰ। ਕਲੰਕ ਕੀ ਹੈ? ਐਬ ਹੋਣਾ, ਗੁਨਾਹ ਹੋਣਾ ਜੀਵਨ 'ਚ, ਪਾਪ ਵਾਲੀ ਬਿਰਤੀ ਪੈਦਾ ਹੋ ਜਾਣੀ, ਤੇ ਪਾਪ ਨੂੰ ਦੁਬਾਰਾ ਬੰਦਾ ਪ੍ਰੈਕਟਿਸ ਵਿੱਚ ਲੈ ਆਉਂਦਾ ਰਹੇ। ਉਹ ਪਾਪ ਦੀ ਬਿਰਤੀ ਹੀ ਅਸਲ ਕਲੰਕ ਹੈ। ਉਹ ਜਿਹੜਾ ਕਲੰਕ ਹੈ, ਜੇ ਤਾਂ ਉਹਦੇ ਨਾਲ ਅਸੀਂ ਰਹਿਣਾ ਸਿੱਖ ਗਏ ਤਾਂ ਸਾਨੂੰ ਓਪਰਾ ਨਹੀਂ ਲੱਗੇਗਾ, ਉਹ ਪਾਪ ਸਾਨੂੰ ਆਪਣਾ ਲੱਗੇਗਾ। ਪਾਪ ਬੁਰਾ, ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ। ਪਾਪ ਬੁਰੀ ਸ਼ੈ ਹੈ, ਪਰ ਪਾਪੀ ਨੂੰ ਤਾਂ ਪਿਆਰਾ ਹੀ ਲੱਗਦਾ, ਤਾਂ ਹੀ ਉਹ ਕਰਦਾ ਹੈ। ਪਾਪ ਨਾਲ ਉਹ ਲੱਦਿਆ ਰਹਿੰਦਾ, ਭਰਿਆ ਰਹਿੰਦਾ, ਤੇ ਜਿੱਥੇ ਉਹ ਜਾਂਦਾ ਉਹੋ ਜਿਹਾ ਪਸਾਰਾ ਪਸਾਰਦਾ ਹੈ। ਇਨਵਾਇਰਮੈਂਟ ਉਹੋ ਜਿਹਾ ਹੀ ਸਿਰਜਦਾ, ਜੋ ਉਹਦੇ ਅੰਦਰ ਉਹਨੇ ਉਹੋ ਜਿਹਾ ਮਾਹੌਲ ਬਾਹਰ ਸਿਰਜਣ ਦਾ ਯਤਨ ਕਰਨਾ। ਉਹ ਅੰਦਰੋਂ ਡਿਸਟਰਬ ਹੋਏਗਾ ਤੇ ਬਾਹਰ ਵੀ ਡਿਸਟਰਬੈਂਸ ਹੀ ਪੈਦਾ ਕਰੇਗਾ। ਅੰਦਰ ਉਹਦੇ ਖਿਜ ਹੈ ਤੇ ਬਾਹਰ ਵੀ ਉਹ ਖਿਜ ਦਾ ਮਾਹੌਲ ਹੀ ਪੈਦਾ ਕਰੇਗਾ, ਤਣਾਅ ਪੈਦਾ ਕਰੇਗਾ। ਇਸ ਲਈ ਬਾਹਰ ਦਾ ਜੋ ਮਾਹੌਲ ਪੈਦਾ ਹੁੰਦਾ ਹੈ, ਉਹ ਸਭ ਤੋਂ ਪਹਿਲਾਂ ਮਨੁੱਖ ਆਪਣੇ ਅੰਦਰ ਹੰਢਾਉਂਦਾ ਹੈ, ਫਿਰ ਉਹ ਬਾਹਰ ਪੈਦਾ ਕਰ। ਆਪਾਂ ਕਈ ਵਾਰ ਕਿਸੇ ਐਸੇ ਮਨੁੱਖ ਨਾਲ ਵਰਤੀਏ, ਜਾਂ ਕੋਈ ਸਾਡੇ ਨਾਲ ਹੀ ਇਸ ਤਰ੍ਹਾਂ ਵਰਤੇ, ਸਾਡੇ 'ਚ ਵੀ ਐਸੇ ਦੋਖ ਹੁੰਦੇ ਨੇ
ਤਾਂ ਕਈ ਵਾਰ ਪਰਿਵਾਰ ਦੇ ਜੀਅ ਵੀ ਕਹਿ ਦਿੰਦੇ ਨੇ ਵੀ ਤੂੰ ਬਹੁਤ ਟਰਬਲ ਦੇ ਰਿਹਾ, ਤੇਰੇ ਕੋਲ ਬੈਠਿਆਂ ਬੜੀ ਇਰੀਟੇਸ਼ਨ ਹੁੰਦੀ ਹੈ, ਬੜੀ ਡਿਸਟਰਬੈਂਸ ਜੀ ਹੁੰਦੀ ਹੈ, ਤੇਰੇ ਸੁਭਾਅ ਨੂੰ ਕੀ ਹੋ ਗਿਆ। ਹੁਣ ਉਹਨਾਂ ਨੂੰ ਤਾਂ ਬਾਅਦ 'ਚ ਹੋਈ ਹੈ, ਸਭ ਤੋਂ ਪਹਿਲਾਂ ਤਾਂ ਜਿਸ ਮਨੁੱਖ ਕੋਲੋਂ ਹੋ ਰਹੀ ਉਹਨੇ ਕਿੰਨੀ ਹੰਢਾਈ ਹੈ, ਤੁਸੀਂ ਅੰਦਾਜ਼ਾ ਲਾ ਕੇ ਵੇਖੋ। ਉਹ ਅੰਦਰੋਂ ਕਿੰਨਾ ਡਿਸਟਰਬ ਹੋਇਆ, ਉਹਨੇ ਅੰਦਰੋਂ ਕਿੰਨੀ ਆਪਣੇ ਆਪ ਨੂੰ ਟਰਬਲ ਦਿੱਤੀ, ਆਪਣੇ ਆਪ ਨੂੰ ਉਹ ਕਿੰਨਾ ਦੁੱਖ ਵਿੱਚ ਸੁੱਟ ਚੁੱਕਿਆ ਹੈ, ਝੋਂਕ ਚੁੱਕਿਆ ਹੈ। ਪਹਿਲਾਂ ਉਹਦੇ ਅੰਦਰ ਇਹ ਸਭ ਕੁਝ ਪੈਦਾ ਹੋਇਆ, ਉਹਨੇ ਬਾਅਦ ਵਿੱਚ ਸਿਰਜ। ਜੋ ਜੀ ਹੋਏ ਸੋ ਗਵੈ ਮੋਹ ਕਾ ਕਹਿਆ ਵਾ। ਪਰ ਜਿਸ ਵੇਲੇ ਕਿਤੇ ਧਿਆਨ ਸੁਰਤ ਜਿਹੜੀ ਹੈ, ਜਦੋਂ ਅਸੀਂ ਸਰਵ ਵਿਆਪਕ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਗੱਲ ਕਰਦੇ ਹਾਂ, ਉਸ ਦੇ ਗੁਣਾਂ ਦੀ ਗੱਲ ਕਰਦੇ ਹਾਂ, ਤਾਂ ਉਹਦਾ ਭਾਵ ਵੀ ਇਹ ਹੈ ਆਪਣੇ ਆਪ ਨੂੰ ਪੜਤਾਲਣਾ, ਖੋਜਣਾ, ਜਾਣਨਾ, ਸੁਝਾਨਣਾ, ਪਛਾਨਣਾ, ਤੇ ਆਪਣੇ ਅੰਦਰ ਦੇ ਦੋਖ ਤੇ ਐਬ ਪਛਾਣ ਕੇ ਉਹਨਾਂ ਤੋਂ ਮੁਕਤ ਹੋਣ ਦਾ ਯਤਨ ਕਰਨਾ। ਇਹ ਸਾਰੀ ਪ੍ਰੈਕਟਿਸ ਹੀ ਨਾਮ ਦਾ ਜੀਵਨ ਹੈ, ਨਾਮ ਜਪਣਾ। ਜੇ ਅਸੀਂ ਕੇਵਲ ਇੱਥੋਂ ਤੱਕ ਸੀਮਤ ਕਰ ਲਈਏ ਨਾ, ਠੀਕ ਹੈ, ਪਰਮੇਸ਼ਰ ਨੂੰ ਯਾਦ ਕਰਨ ਲਈ ਇੱਕ ਲਹਿਜ਼ਾ, ਇੱਕ ਤਰੀਕਾ ਹੈ। ਕੋਈ ਨੂੰ ਰਾਮ ਕਹੇਗਾ, ਕੋਈ ਨੂੰ ਅੱਲਾ ਕਹੇਗਾ, ਕੋਈ ਨੂੰ ਵਾਹਿਗੁਰੂ ਕਹੇਗਾ, ਕੋਈ ਨੂੰ ਖੁਦਾ, ਬੜੇ ਨਾਮ ਗੁਰੂ ਗ੍ਰੰਥ ਸਾਹਿਬ 'ਚ ਵਰਤੇ ਨੇ। ਜੇ ਮਨੁੱਖ ਇਹਨਾਂ ਨਾਵਾਂ ਦੇ ਰਾਹੀਂ, ਜੇ ਧਰਮ ਗ੍ਰੰਥ ਦੇ ਉਪਦੇਸ਼ ਦੇ ਰਾਹੀਂ, ਜੇ ਰੱਬ ਦੀ ਗੱਲ ਕਰਦਿਆਂ ਹੋਇਆਂ ਆਪਣੇ ਨਿੱਜ ਨੂੰ ਨਾਲ ਪੜਤਾਲਦਾ ਨਹੀਂ, ਤਾਂ ਉਹ ਗੱਲ ਮਨੁੱਖ ਦੇ ਜੀਵਨ ਨੂੰ ਤਬਦੀਲ ਨਹੀਂ ਕਰ ਸਕੇਗੀ। ਉਹੀ ਗੁੱਸਾ ਪਹਿਲਾਂ ਹੁੰਦਾ, ਉਹੀ ਖਿਝ ਪਹਿਲਾਂ ਹੁੰਦੀ ਹੈ, ਉਹੀ ਡਿਸਟਰਬੈਂਸ ਪਹਿਲਾਂ ਹੁੰਦੀ ਹੈ, ਤੇ ਉਹੀ ਸਾਡੇ ਕੋਲ ਬਾਅਦ ਵਿੱਚ ਹੁੰਦੀ ਹੈ। ਕਹਿਣ ਨੂੰ ਅਸੀਂ ਸੰਸਾਰ ਦੀ ਦ੍ਰਿਸ਼ਟੀ ਦੇ ਵਿੱਚ ਧਰਮ ਦਾ ਪਾਲਣ ਕਰਨ ਵਾਲੇ ਹਾਂ, ਰੱਬ ਦੇ ਰਾਹ ਤੇ ਤੁਰਨ ਵਾਲੇ ਹਾਂ। ਸਤਿਗੁਰੂ ਇਸ ਭਾਵ ਨੂੰ ਜਿਸ ਵੇਲੇ ਬਿਆਨ ਕਰਦੇ ਨੇ, ਤੇ ਹਜ਼ੂਰ ਕਹਿੰਦੇ ਨੇ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ। ਸਰਵ ਵਿਆਪਕ ਪਰਮੇਸ਼ਰ ਦੇ ਹੋਣ ਦਾ ਅਹਿਸਾਸ ਕਰਕੇ ਵੀ ਉਹੀ ਹੈ। ਉਸ ਦੀ ਸੱਤਾ ਤੋਂ ਬਿਨਾਂ ਕੋਈ ਦੂਜੀ ਸੱਤਾ, ਕੋਈ ਤਾਕਤ, ਕੋਈ ਹੋਂਦ ਨਹੀਂ। ਉਹ ਆਪ ਹੀ ਆਪ ਵਰਤ ਰਿਹਾ। ਚਾਰ ਸ਼ਫੇਰੇ ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਕਾ। ਜਦੋਂ ਉਹਦਾ ਅਹਿਸਾਸ ਹੋਇਆ, ਉਹਦੀਆਂ ਖੂਬੀਆਂ, ਉਹਦੇ ਗੁਣਾਂ ਨਾਲ ਜੀਵ ਜੁੜਿਆ, ਕੋਈ ਦੋਖ ਨਹੀਂ ਰਹੇਗਾ ਜੀਵਨ 'ਚ। ਮਨੁੱਖ ਆਪਣੇ ਐਬਾਂ ਤੋਂ, ਮਨੁੱਖ ਆਪਣੇ ਅੰਦਰ ਦੇ ਪਾਪਾਂ ਤੋਂ ਨਿਵਰਤ ਹੋਣ ਦਾ ਰਾਹ ਤਲਾਸ਼ ਲੈ। ਉਹਦੇ ਅੰਦਰ ਦੇ ਪਾਪ ਜਿਹੜੇ ਨੇ ਉਹ ਬਿਨਸ ਜਾਣਗੇ। ਉਹਦੇ ਅੰਦਰ ਦੇ ਪਾਪਾਂ ਤੋਂ ਉਸ ਨੂੰ ਖੁਦ ਹੀ ਮੁਕਤੀ ਦਾ ਦੁਆਰ ਮਿਲ ਜਾਏਗਾ, ਰਾਹ ਲੱਭ ਜਾਏਗਾ। ਪਾਪ ਜਿਹੜੇ ਨੇ ਉਹ ਕਿਸੇ ਬਾਹਰ ਦੀ ਕਿਸੇ ਚੀਜ਼ ਨਾਲ, ਜਾਂ ਕਹਿ ਲਓ ਵੀ ਤੀਰਥਾਂ ਦੇ ਰਟਨ ਨਾਲ, ਜਾਂ ਕੇਵਲ ਖਾਸ ਪਹਿਰਾਵਾ ਪਹਿਨਣ ਨਾਲ ਥੋੜ੍ਹੀ ਮੁੱਕਦੇ ਨੇ। ਤਾਂ ਸੁਰਤ ਦਾ ਹਿੱਸਾ ਨੇ। ਸਰੀਰ ਤਾਂ ਕੇਵਲ ਉਹਨਾਂ ਦੀ ਪ੍ਰੈਕਟਿਸ ਕਰਦਾ ਹੈ। ਪਾਪ ਦਾ ਸੰਬੰਧ ਸੁਰਤ ਨਾਲ ਹੈ। ਉਹ ਪਾਪ ਦੀ ਬਿਰਤੀ ਲੈ ਕੇ, ਮੰਦੀ ਵਾਸ਼ਨਾ ਨਾਲ ਜਦੋਂ ਅਸੀਂ ਬਾਹਰ ਕੁਝ ਕਰਦੇ ਹਾਂ, ਕੁਝ ਚੀਜ਼ਾਂ ਜੁਰਮ ਦੀ ਕੈਟਾਗਰੀ ਵਿੱਚ ਆ ਜਾਂਦੀਆਂ। ਕਾਨੂੰਨ ਤੋੜੋ ਤੇ ਜੁਰਮ ਹੈ। ਹੁਣ ਦੂਜੇ ਪਾਸੇ ਤੁਸੀਂ ਵੇਖੋ, ਸਮਾਜ ਦੀ ਦ੍ਰਿਸ਼ਟੀ 'ਚ ਆ ਜਾਂਦੇ ਹਨ ਅਪਰਾਧ। ਹਾਮੇ ਅਪਰਾਧ ਪਾਪ ਬਹੁ ਕੀਨੇ ਕਰ ਦੁਸ਼ਟੀ ਚੋਰ ਚੁਰਾਏ। ਇਹਨਾਂ ਦਾ ਵੀ ਵੱਖਰਾ ਭਾਵ ਹੈ। ਜੁਰਮ ਇੱਕ ਵੱਖਰੀ ਚੀਜ਼ ਹੈ, ਅਪਰਾਧ ਦੀ ਇੱਕ ਵੱਖਰੀ ਕੈਟਾਗਰੀ ਹੈ, ਪਾਪ ਦੀ ਇੱਕ ਵੱਖਰੀ ਕਿਸਮ ਹੈ। ਤੋ ਸਤਿਗੁਰੂ ਮਹਾਰਾਜ ਜਦੋਂ ਇਹ ਕਥਨ ਕਰਦੇ ਨੇ, ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਿਤ ਪਵਿੱਤ ਭਏ ਰਾਮ ਕਹਤੇ। ਇੱਥੇ ਰਾਮ ਤੋਂ ਭਾਵ ਹੈ ਸਰਵ ਵਿਆਪੀ ਪਰਮੇਸ਼ਰ। ਉਸ ਸਰਵ ਵਿਆਪਕ ਪਰਮੇਸ਼ਰ ਦੇ ਨਾਮ ਨੂੰ ਕਥਦਿਆਂ, ਉਹਦੀ ਹੋਂਦ ਦਾ ਅਹਿਸਾਸ ਕਰਦਿਆਂ, ਉਹਦੀ ਇਬਾਦਤ, ਉਹਦੇ ਗੁਣਾਂ ਨਾਲ ਜੁੜ ਕੇ, ਉਹਦੀ ਹੁਕਮ ਤੇ ਰਜ਼ਾ ਨੂੰ ਮਿੱਠਾ ਮੰਨਦਿਆਂ, ਆਪਣੇ ਆਪ ਨੂੰ ਉਹਨੂੰ ਸਮਰਪਿਤ ਕਰਕੇ ਜੀਂਦਿਆਂ, ਪਤਿਤ ਵੀ ਪਵਿੱਤਰ ਹੋ ਜਾਂਦੇ ਹਨ। ਆਪਾਂ ਅੱਗੇ ਪੜ੍ਹਿਆ ਸੀ ਭਗਤ ਜੀ ਦੇ ਇੱਕ ਸ਼ਬਦ ਵਿੱਚੋਂ, ਪਤਿਤ ਤੋਂ ਭਾਵ ਹੈ ਡਿੱਗਿਆ ਹੋਇਆ ਮਨੁੱਖ, ਕਿਸੇ ਪੱਧਰ ਉਤੋਂ ਡਿੱਗਿਆ ਹੋਇਆ, ਜਿਸ ਨੂੰ ਅਸੀਂ ਕਹਿੰਦੇ ਹਾਂ ਚੰਗੇ ਆਚਰਣ ਤੋਂ ਡਿੱਗੇ ਮਨੁੱਖ ਨੂੰ ਗੁਰਬਾਣੀ ਨੇ ਪਤਿਤ ਮੰਨਿਆ। ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਤੁਸੀਂ ਪਤਿਤ ਸ਼ਬਦ ਦੀ ਇਹ ਪਰਿਭਾਸ਼ਾ ਪੜ੍ਹੋਗੇ, ਜਿਹੜਾ ਚੰਗੇ ਆਚਰਣ ਤੋਂ ਵਿਰਵਾ ਹੈ, ਵਾਂਝਾ ਹੈ,
ਤੇ ਜਿਹੜਾ ਚੰਗਾ ਆਚਰਣ ਨਹੀਂ ਫੋਲੋ ਕਰੇਗਾ ਉਹ ਕਿੱਥੇ ਜਾਏਗਾ? ਮੰਦਾ ਕਰੇਗਾ ਨਾ। ਮੰਦੇ ਆਚਰਣ ਵਿੱਚ ਡਿੱਗਿਆ ਹੋਇਆ, ਮੰਦੇ ਅਮਲਾਂ ਵਿੱਚ ਗ੍ਰਸਤ ਜਿਹੜਾ ਮਨੁੱਖ ਹੈ, ਉਸ ਨੂੰ ਗੁਰਬਾਣੀ ਨੇ ਪਤਿਤ ਮੰਨਿਆ ਹੈ, ਨੀਵਾਂ। ਤੇ ਐਸੇ ਪਤਿਤ ਨੂੰ ਪਵਿੱਤਰ ਕਰ ਦਿੰਦਾ ਹੈ, ਪਾਵਨ, ਸ਼ੁੱਧ। ਜਿਵੇਂ ਕੋਈ ਗੰਦੇ ਟੋਭੇ ਵਿੱਚ ਡਿੱਗ ਪਏ ਤੇ ਕੋਈ ਉਹਨੂੰ ਬਾਂਹ ਫੜ ਕੇ ਬਾਹਰ ਕੱਢ ਲਏ ਤੇ ਉਹਦਾ ਇਸ਼ਨਾਨ ਵੀ ਕਰਾਏ, ਉਹਦੇ ਕੱਪੜੇ ਵੀ ਸਾਫ਼ ਕਰੇ, ਸਾਰੀ ਮੈਲ ਤੇ ਗੰਦਗੀ ਉਹਦੇ ਤਨ ਦੀ ਧੋ ਸੁੱਟੇ, ਦੁਰਗੰਧ ਦੂਰ ਕਰ ਦੇਵੇ। ਹੁਣ ਇਹ ਕੰਮ ਕਰਨ ਵਾਲੇ ਨੂੰ ਵੀ ਕਿੰਨੀ ਮਸ਼ੱਕਤ, ਕਿੰਨਾ ਸਹਿਜ ਤੇ ਕਿੰਨਾ ਧੀਰਜ ਰੱਖਣਾ ਪਏਗਾ। ਧੰਨ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਇੱਕ ਸਾਖੀ ਆਉਂਦੀ ਹੈ। ਮਹਾਰਾਜ ਕਈ ਤਰ੍ਹਾਂ ਦੀ ਪ੍ਰੀਖਿਆ ਲੈਂਦੇ ਸਨ। ਭਾਈ ਲਹਿਣਾ, ਸਾਖੀਕਾਰਾਂ ਨੇ ਆਪਣਾ ਇੱਕ ਅੰਦਾਜ਼ ਵਰਤਿਆ ਇਹ ਦੱਸਣ ਵਾਸਤੇ ਵੀ ਭਾਈ ਲਹਿਣਾ ਜੀ ਨੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਕੋਲ 7 ਸਾਲ ਸਮਾਂ ਬਿਤਾਇਆ ਹੈ, ਉਹ ਘਾਲਣਾ ਦਾ ਸਮਾਂ ਹੈ। ਵੈਸੇ ਧਰਮੀ ਮਨੁੱਖ ਦੀ ਤੇ ਹਰ ਪਾਲੀ ਘਾਲਣਾ ਹੁੰਦੀ ਹੈ, ਪਰ ਕਿਉਂਕਿ ਉਹ ਗੁਰੂ ਦਰਬਾਰ ਵਿੱਚ ਜਦੋਂ ਆਏ ਸਨ, ਬਿਲਕੁਲ ਹੋਰ ਖਿਆਲਾਂ ਦੇ ਸਨ। ਉਹਨਾਂ ਦੀ ਜਗਿਆਸਾ ਨੇ, ਉਹਨਾਂ ਦੇ ਅੰਦਰ ਦੀ ਧਰਮ ਦੀ ਕਣੀ ਨੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰ ਦੇ ਉੱਤੇ ਸਮਰਪਣ ਹੋਣ ਲਈ ਤਿਆਰ ਕੀਤਾ ਤੇ 7 ਸਾਲ ਉਹ ਸਤਿਗੁਰਾਂ ਦੀ ਸੋਹਬਤ ਸੰਗਤ ਵਿੱਚ ਰਹੇ। ਇੱਥੇ ਜਿਵੇਂ ਉਹਨਾਂ ਨੇ ਆਤਮਕ ਤਲ ਦੇ ਉੱਤੇ ਸੁਰਤ ਕਰਕੇ ਗੁਰੂ ਉਪਦੇਸ਼ ਨੂੰ ਪ੍ਰਵਾਨਿਆ ਤੇ ਮੰਨਿਆ, ਜਿਵੇਂ ਹੰਢਾਇਆ ਆਪਣੇ ਜੀਵਨ ਦੇ ਉੱਤੇ, ਉਹਨਾਂ 7 ਸਾਲਾਂ ਦੀ ਘਾਲਣਾ ਦੱਸਣ ਵਾਸਤੇ ਸਾਡੇ ਸਾਖੀਕਾਰਾਂ ਨੇ ਕੁਝ ਸਾਖੀਆਂ ਸਾਡੇ ਨਜ਼ਰ ਕੀਤੀਆਂ ਨੇ, ਬਹੁਤ ਸਾਰੀਆਂ ਨੇ। ਉਹਦੇ ਵਿੱਚੋਂ ਇੱਕ ਸਾਖੀ ਜੋ ਸਾਡੇ ਪ੍ਰਕਰਣ ਨਾਲ ਸੰਬੰਧਿਤ ਹੈ। ਹਜ਼ੂਰ ਮਹਾਰਾਜ ਇਸ਼ਨਾਨ ਕਰਦੇ ਸਨ ਤੇ ਜਿਸ ਲੋਟੇ ਦੇ ਨਾਲ ਮਹਾਰਾਜ ਪਾਣੀ ਆਪਣੇ ਜਿਸਮ ਉੱਤੇ ਪਾਉਂਦੇ ਸਨ, ਉਹ ਲੋਟਾ ਇੱਕ ਚਿੱਕੜ ਦੇ ਵਿੱਚ, ਟੋਭੇ ਦੇ ਵਿੱਚ ਡਿੱਗ ਪਿਆ। ਆਪਾਂ ਸਾਰੇ ਜਾਣਦੇ ਤੇ ਗੰਦਾ ਪਾਣੀ ਜਮ੍ਹਾਂ ਹੁੰਦਾ ਹੈ, ਉਹ ਸਾਰੇ ਦਾ ਸਾਰਾ ਪਾਣੀ ਉਹ 'ਚੋਂ ਬਦਬੂ ਵੀ ਆਉਂਦੀ, ਚਿੱਕੜ ਹੁੰਦਾ ਹੈ, ਗੰਦਗੀ ਹੁੰਦੀ ਹੈ। ਤੇ ਹਜ਼ੂਰ ਮਹਾਰਾਜ ਨੇ ਭਾਈ ਲਹਿਣਾ ਜੀ ਨੂੰ ਇਸ਼ਾਰਾ ਕੀਤਾ ਵੀ ਇਸ ਲੋਟੇ ਨੂੰ ਬਾਹਰ ਕੱਢੋ। ਭਾਈ ਲਹਿਣਾ ਜੀ ਨੇ ਬੜੇ ਸਹਿਜ ਨਾਲ, ਅਕਲਤ ਨਹੀਂ ਕੀਤੀ, ਉਹਨਾਂ ਦੇ ਅੰਦਰ ਨੂੰ ਇਸ ਗੱਲ ਤੋਂ ਗਿਲਾਨੀ ਪੈਦਾ ਨਹੀਂ ਹੋਈ। ਉਹ ਉਹਨਾਂ ਨੇ ਪੈਰ ਵਿੱਚ ਰੱਖਿਆ, ਟੋਭੇ ਦੇ ਤੇ ਹੱਥ ਪਾ ਕੇ ਉਹ ਲੋਟਾ ਗੰਦੇ ਪਾਣੀ ਚੋਂ ਬਾਹਰ ਕੱਢ ਲਿਆ। ਤੇ ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਤੱਕਿਆ, ਉਹਨਾਂ ਦੇ ਚਿਹਰੇ ਦਾ ਇੰਪ੍ਰੈਸ਼ਨ ਜਿਹੜਾ, ਪ੍ਰਭਾਵ ਜਿਹੜਾ ਹੈ ਵੀ ਕਿਸ ਤਰ੍ਹਾਂ ਰਿਐਕਟ ਕਰਦੇ ਨੇ ਮੇਰੀ ਇਸ ਗੱਲ ਦੇ ਉੱਤੇ। ਹਾਲਾਂਕਿ ਭਾਈ ਲਹਿਣਾ ਜੀ ਆਪਣੇ ਸਮੇਂ ਦੇ ਬੜੇ ਐਜੂਕੇਟਡ ਪਰਸਨ ਸਨ, ਵਪਾਰੀ ਸਨ। ਤੇ ਵਪਾਰੀ ਮਨੁੱਖ ਜਿਹੜਾ ਹੈ ਉਹ ਬੜਾ ਤੇਜ਼ ਤਰਾਰ ਹੁੰਦਾ ਹੈ, ਅੱਖਰੀ ਵਿੱਦਿਆ ਵਿੱਚ ਵੀ ਹੁੰਦਾ ਹੈ ਤੇ ਲੋਕਾਂ ਨਾਲ ਵਿਹਾਰ ਕਰਨ ਵਿੱਚ ਵੀ ਹੁੰਦਾ ਹੈ, ਕਿਉਂਕਿ ਉਹਨੂੰ ਗਿਣਤੀਆਂ ਮਿਣਤੀਆਂ ਆਉਂਦੀਆਂ। ਉਸ ਨੂੰ ਘਾਟੇਵੰਦ ਦਾ ਸੌਦਾ ਪਾਉਂਦਾ ਨਹੀਂ। ਵਪਾਰੀ ਹੈ ਨਾ, ਬਿਰਤੀ ਵਪਾਰੀ ਹੈ, ਪੜ੍ਹਾਈ ਵੀ ਹੈ, ਤੇ ਦੂਜੀ ਚੀਜ਼ ਵੈਲ ਐਸਟੈਬਲਿਸ਼ ਪਰਸਨੈਲਿਟੀ ਹਨ। ਉਹ ਕੋਈ ਉੜੇ ਥੋੜੇ ਵਿਅਕਤੀ ਥੋੜੀ ਸਨ। 2 ਧੀਆਂ ਨੇ, 2 ਪੁੱਤਰ ਨੇ, ਵਧੀਆ ਦੁਕਾਨਦਾਰਾ ਚੱਲਦਾ ਹੈ, ਵਧੀਆ ਵਪਾਰ ਚੱਲਦਾ ਹੈ, ਤੇ ਚੰਗੇ ਲੋਕਾਂ ਨਾਲ ਬਹਿਣ ਖਲੋਣ ਵੀ ਹੈ। ਸਮਾਜ ਸੁਸਾਇਟੀ ਵਿੱਚ ਅਮੀਰ ਲੋਕਾਂ ਨਾਲ ਵਰਤੋਂ ਵਿਹਾਰ, ਚੌਧਰੀ ਤਖਤ ਮਲ ਨਾਲ, ਹੋਰ ਬਹੁਤ ਸਾਰੇ ਲੋਕਾਂ ਦਾ ਜ਼ਿਕਰ ਕੀਤਾ ਜਾ ਸਕਦਾ। ਪਰਿਵਾਰਕ ਤੌਰ ਤੇ ਵੀ ਬੜੀ ਮਿਹਰ ਹੈ, ਵਿੱਦਿਆ ਦੇ ਤੌਰ ਤੇ ਵੀ ਬੜੀ ਮਿਹਰ ਹੈ, ਦੌਲਤ ਦੇ ਤੌਰ ਤੇ ਵੀ ਬਹੁਤ ਚੰਗਾ, ਸੋਹਣਾ, ਉੱਤਮ ਤਰੀਕੇ ਦਾ ਗੁਜ਼ਰਾਨ ਹੈ। ਤੇ ਅਗਲੀ ਗੱਲ ਜਿਹੜੀ ਹੈ ਵੀ ਧਾਰਮਿਕ ਤੌਰ ਦੇ ਉੱਤੇ ਤੁਸੀਂ ਕਈ ਵਾਰ ਵੇਖੋਗੇ, ਦੌਲਤਮੰਦ ਹੋਏਗਾ ਵਿਅਕਤੀ, ਪਰ ਉਹਨੂੰ ਕਈ ਵਾਰ ਲੱਗਦਾ ਹੈ ਵੀ ਮੇਰੀ ਸਮਾਜ ਵਿੱਚ ਉਸ ਤਰ੍ਹਾਂ ਦੀ ਰੈਪੂਟੇਸ਼ਨ ਨਹੀਂ ਬਣ ਸਕੀ। ਮੈਂ ਦੌਲਤ ਤੇ ਬੜੀ ਕਮਾਈ ਹੈ, ਪੈਸਾ ਤੇ ਬੜਾ ਇਕੱਠਾ ਕੀਤਾ, ਪਰ ਗੱਲ ਬਣੀ ਨਹੀਂ। ਉਹ ਫਿਰ ਧਾਰਮਿਕ ਕਾਰਜਾਂ ਵਿੱਚ ਆਏਗਾ। ਕਈ ਬੰਦੇ ਤਾਂ ਇਹ ਸੋਚ ਕੇ ਆਉਂਦੇ ਨੇ ਵੀ ਇੱਥੋਂ ਕੁਝ ਸਾਨੂੰ, ਸਾਡੀ ਰੈਪੂਟੇਸ਼ਨ ਬਣ, ਧਰਮ ਨੂੰ ਮੰਨਣ ਦਾ ਕੋਈ ਉਹਨਾਂ ਦਾ ਭਾਵ ਨਹੀਂ ਹੁੰਦਾ। ਤੇ ਆਪਾਂ ਵੇਖਦੇ ਹਾਂ ਧਾਰਮਿਕ ਸੰਸਥਾਵਾਂ ਵਿੱਚ ਬਹੁਤ, ਹੁਣ ਤੁਸੀਂ ਵੇਖੋ ਨਾ, ਸਾਡੇ ਰਾਜਨੀਤਿਕ ਜਿਹੜੇ ਲੋਕ ਨੇ, ਖਾਸ ਤੌਰ ਤੇ ਬਣਿਆ ਬਣਾਇਆ ਉਹਨਾਂ ਕੋਲ ਸਾਮਰਾਜ ਹੈ, ਇੱਕ ਪਲ ਦੀ ਵੇਲ ਨਹੀਂ, ਫਿਰ ਵੀ ਉਹ ਧਾਰਮਿਕ ਸੰਸਥਾਵਾਂ ਵਿੱਚ ਜ਼ਰੂਰ ਲੱਤ ਡਾ ਕਰਨਗੇ।
ਉੱਥੇ ਆ ਕੇ ਜ਼ਰੂਰ ਮਨਮਾਨੀਆਂ ਕਰਨਗੇ। ਜਿਹੜੇ ਧਾਰਮਿਕ ਸੰਸਥਾਵਾਂ ਨਾਲ ਜਗਿਆਸਾ ਭਾਵ, ਸੇਵਾ ਭਾਵ ਨਾਲ ਜੁੜੇ ਹੋਏ ਲੋਕ ਹੁੰਦੇ ਨੇ, ਉਹ ਕਈ ਵਾਰ ਮਹਿਸੂਸ ਕਰਦੇ ਨੇ ਵੀ ਇਹ ਡਿਸਟਰਬੈਂਸ ਕਰ ਰਹੇ ਨੇ ਬੰਦੇ ਵਿੱਚ ਆ ਕੇ, ਇਹਨਾਂ ਨੂੰ ਲੋੜ ਕੀ ਹੈ, ਇਹ ਆਪਣਾ ਕੰਮ ਇਮਾਨਦਾਰੀ ਨਾਲ ਕਰਨ, ਧਰਮ ਹੀ ਧਰਮ ਹੈ। ਪਰ ਕਾਰਨ ਹੁੰਦਾ ਹੈ ਵੀ ਉਹ ਚਾਹੁੰਦੇ ਹੁੰਦੇ ਨੇ ਵੀ ਰਾਜਨੀਤਿਕ ਤੌਰ 'ਤੇ ਸਾਨੂੰ ਲੋਕ ਜਾਣਦੇ ਨੇ, ਪੈਸਾ ਬਹੁਤ ਹੈ, ਹਰ ਚੀਜ਼ ਬਹੁਤ ਹੈ, ਧਰਮ ਦੀ ਦੁਨੀਆ ਵਿੱਚ ਅਸੀਂ ਕਿਤੇ ਅਣਜਾਣੇ ਨਾ ਰਹਿ ਜਾਈਏ, ਉੱਥੇ ਵੀ ਸਾਨੂੰ ਜਾਣਨ ਵਾਲੇ ਲੋਕ ਹੋਣ, ਸਾਨੂੰ ਇਹ ਵੀ ਮੰਨਿਆ ਜਾਏ ਵੀ ਇਹ ਧਾਰਮਿਕ ਹੈ। ਔਰੰਗਜ਼ੇਬ ਇਵੇਂ ਹੀ ਕਰਦਾ ਸੀ। ਇੱਕ ਮਨੋਬਿਰਤੀ ਹੁੰਦੀ ਹੈ ਮਨੁੱਖ ਦੀ ਵੀ ਜਦੋਂ ਧਰਮ ਅਸਥਾਨ 'ਤੇ ਧਾਰਮਿਕ ਵਿਅਕਤੀ, ਧਾਰਮਿਕ ਲੋਕ ਸਾਨੂੰ ਕਹਿਣਗੇ ਰੱਬ ਦਾ ਬੰਦਾ ਹੈ, ਬੜਾ ਭਗਤ ਹੈ, ਬੜਾ ਉੱਚੇ ਜੀਵਨ ਦਾ ਹੈ, ਇਹ ਚੀਜ਼ ਹੀ ਤਾਂ ਸਾਰੀ ਜ਼ਿੰਦਗੀ ਮਿਲੀ ਨਹੀਂ ਕਿਤੇੋਂ। ਪੈਸੇ ਦੇ ਨਾਲ ਇਹ ਚੀਜ਼ ਥੋੜ੍ਹਾ ਮਿਲਣੀ ਸੀ। ਇਹ ਚੀਜ਼ ਰਾਜਨੀਤਿਕ ਤੌਰ 'ਤੇ ਬੜੇ ਦੋਸ਼ਾਂ ਦੇ ਵਿੱਚ ਬੰਦੇ ਘਿਰਦੇ ਨੇ, ਪਰ ਜਦੋਂ ਧਾਰਮਿਕ ਆਗੂ ਕਹਿ ਰਹੇ ਜੀ ਇਹ ਤਾਂ ਬੜੇ ਅਨਮੋਲ ਹੀਰੇ ਨੇ, ਇਹ ਤਾਂ ਬੜੇ ਧਾਰਮਿਕ ਨੇ, ਰੱਬ ਦੀ ਇਹਨਾਂ 'ਤੇ ਬੜੀ ਕਿਰਪਾ ਹੈ, ਇਹਨਾਂ ਵਰਗਾ ਤਾਂ ਗੁਰਮੁਖ ਵੀ ਕੋਈ ਨਹੀਂ, ਇਹ ਜਿਹੜੀ ਪ੍ਰਭਤਾ, ਇਹ ਜਿਹੜੀ ਵਡਿਆਈ, ਇਹ ਕਿਤੋਂ ਨਹੀਂ ਸੀ ਮਿਲ ਸਕਦੀ। ਉਹ ਇੰਨੇ ਨਾਲ ਹੀ ਖੁਸ਼ ਹੋ ਗਏ। ਕਮਾਇਆ ਨਹੀਂ, ਹੰਢਾਇਆ ਨਹੀਂ, ਜੀਵਿਆ ਨਹੀਂ, ਪਾਇਆ ਨਹੀਂ, ਸਭ ਕੁਝ ਮਿਲ ਗਿਆ, ਕਿਉਂਕਿ ਉਹ ਆਈ ਇਹ ਸੋਚ ਕਰਕੇ। ਭਾਈ ਲਹਿਣਾ ਜੀ ਦਾ ਦੇਖੋ, ਪਰਿਵਾਰ, ਸਮਾਜਿਕ ਰੁਤਬਾ, ਐਜੂਕੇਸ਼ਨ, ਵਪਾਰ, ਹਰ ਚੀਜ਼ ਵਿੱਚ ਉਹ ਪਰਫੈਕਟ ਨੇ। ਔਰ ਇਹ ਵੀ ਸਭ ਤੋਂ ਵੱਡੀ ਉਹਨਾਂ ਦੇ ਕੋਲ ਦਾਤ ਹੈ ਵੀ ਧਾਰਮਿਕ ਤੌਰ ਦੇ ਉੱਤੇ ਵੀ ਉਹ ਬੜੇ ਜਾਣੇ, ਔਰ ਉਹਨਾਂ ਦਾ ਇਸ ਤਰ੍ਹਾਂ ਦਾ ਸਤਿਕਾਰ ਨਹੀਂ ਸੀ, ਬੜਾ ਪ੍ਰੇਮ ਪੂਰਵਕ ਸਤਿਕਾਰ ਧਾਰਮਿਕ ਤੌਰ 'ਤੇ ਬਣਿਆ ਹੋਇਆ। ਅਜਿਹੀ ਸ਼ਖਸੀਅਤ ਜਦੋਂ ਗੁਰੂ ਨਾਨਕ ਸਾਹਿਬ ਕੋਲ ਆਉਂਦੀ ਹੈ ਤੇ ਇੱਕ ਸਧਾਰਨ ਸੇਵਾਦਾਰਾਂ ਵਾਂਗ ਸੇਵਾ ਕਰਦੀ ਹੈ। ਹਜ਼ੂਰ ਉਹ ਤੋਂ ਸੇਵਾ ਕਰਵਾਉਂਦੇ ਵੀ, ਉਹਨਾਂ ਨੂੰ ਕਾਰਜ ਦੱਸਦੇ ਨੇ, ਸੇਵਾਵਾਂ ਦੱਸਦੇ, ਉਹ ਕਰਦੇ ਨੇ। ਫਿਰ ਮਹਾਰਾਜ ਵੇਖਦੇ ਨੇ ਵੀ ਕਿਵੇਂ ਰਿਐਕਟ ਕਰਦੇ ਨੇ। ਗੁਰੂ ਦਾ ਬਚਨ, ਉਪਦੇਸ਼, ਕਮਾਈ, ਸੋਹਬਤ, ਸੰਗਤ, ਸਾਰਾ ਕੁਝ ਹੀ ਚੱਲਦਾ। ਇੱਕ ਪ੍ਰੈਕਟਿਸ ਵਿੱਚ ਪੈ ਗਿਆ ਨਾ, ਇੱਕ ਅਭਿਆਸ ਵਿੱਚ ਪੈ ਗਿਆ। ਉਸ ਅਭਿਆਸ ਵਿੱਚ ਸਾਰਾ ਕੁਝ ਉਹ ਹੋਏਗਾ ਜੋ ਗੁਰੂ ਚਾਹੇਗਾ। ਅਸੀਂ ਤੇ ਧਰਮ ਦੀ ਦੁਨੀਆ ਵਿੱਚ ਮੰਨਦੇ ਵੀ ਉਹਨਾਂ ਕਾ ਜੋ ਸਾਨੂੰ ਫਿੱਟ ਬਹਿੰਦਾ, ਬਾਕੀ ਛੱਡਦੇ ਨੇ, ਕਹਿੰਦੇ ਇਹਦੀ ਕੋਈ ਅਰਥ ਨਹੀਂ ਬਣਦਾ। ਧਰਮ ਚਾਹੀਦਾ ਹੈ ਪਰ ਆਪਣੀ ਮਰਜ਼ੀ ਦਾ ਚਾਹੀਦਾ ਹੈ। ਇਸ ਲਈ ਚਲਾਕ ਲੋਕਾਂ ਨੇ ਧਰਮ ਦੇ ਅੱਡੇ ਐਵੇਂ ਖੋਲ੍ਹ ਲੈ ਵੀ ਆਪਸ਼ਨਾਂ ਦੇਣ ਲੱਗ ਪਏ, ਹੋ ਇਉਂ ਕਰ ਲਓ, ਆਹ ਨਹੀਂ ਕਰਨ ਦੀ ਲੋੜ, ਆਹ ਨਹੀਂ ਕਰਨ ਦੀ ਲੋੜ। ਤੋ ਜਿਹਨੂੰ ਜੋ ਫਿੱਟ ਬੈਠਦਾ ਉਹ ਲੈ ਆਉਂਦਾ। ਤਬਦੀਲੀ ਨਹੀਂ ਹੈ, ਪਰਿਵਰਤਨ ਨਹੀਂ ਹੁੰਦਾ, ਬਾਕੀ ਸਭ ਕੁਝ ਹੋ ਜਾਂਦਾ। ਇੱਕ ਡੀਲ ਚੱਲ ਰਹੀ ਹੈ। ਤੋ ਜਿਹੜੀ ਚੀਜ਼ ਹੈ ਇੱਥੇ ਕੀ ਹੈ? ਪਰਿਵਰਤਨ, ਤਬਦੀਲੀ। ਹੁਣ ਇਹੋ ਜਿਹੀ ਸ਼ਖਸੀਅਤ ਜਿਹੜੀ ਹੈ ਜਦੋਂ ਗੰਦਗੀ ਦੇ ਵਿੱਚ ਵੜ ਕੇ ਉਹਦੇ 'ਚੋਂ ਲੋਟਾ ਕੱਢਦੀ ਹੈ, ਤੇ ਹਜ਼ੂਰ ਮਹਾਰਾਜ ਜਿਸ ਵੇਲੇ ਉਹ ਲੋਟੇ ਨੂੰ ਧੋ ਲੈਂਦੇ ਨੇ, ਭਾਈ ਲਹਿਣਾ ਜੀ ਆਪਣਾ ਆਪ ਸਾਫ਼ ਕਰ ਲੈਂਦੇ ਨੇ, ਬੜੇ ਪ੍ਰੇਮ ਨਾਲ ਸਮਝਾਉਂਦੇ ਨੇ, ਭਾਈ ਜੀ ਕੁਝ ਜਾਣਿਆ? ਆਖਿਆ ਹੁਕਮ ਕਰੋ ਮਹਾਰਾਜ, ਤੁਹਾਡੇ ਤੋਂ ਬਿਨਾਂ ਕੌਣ ਹੈ ਦੱਸਣ ਵਾਲਾ? ਸਤਿਗੁਰੂ ਨੇ ਆਖਿਆ, ਜੇਕਰ ਤੁਸੀਂ ਕਿਸੇ ਨੂੰ ਗੰਦਗੀ ਦੇ ਵਿੱਚੋਂ ਕੱਢਣਾ ਹੋਵੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਪੇਸ਼ੈਂਸ ਚਾਹੀਦੀ ਹੈ, ਜਿਹਨੂੰ ਆਪਾਂ ਧੀਰਜ ਕਹਿੰਦੇ ਹਾਂ, ਟਿਕਾਓ ਚਾਹੀਦਾ। ਇੰਨਾ ਵਿਸ਼ਾਲ ਹਿਰਦਾ ਚਾਹੀਦਾ ਤੁਹਾਡਾ ਵੀ ਤੁਹਾਡੇ ਅੰਦਰ ਗਿਲਾਨੀ ਨਾ ਪੈਦਾ ਹੋਵੇ ਵੀ ਮੈਂ ਇਸ ਬੰਦੇ ਨੂੰ ਬਾਂਹ ਫੜ ਕੇ ਬਾਹਰ ਕੱਢ ਰਿਹਾ, ਕਿਤੇ ਮੈਂ ਨਾ ਲਿਬੜ ਜਾਵਾਂ। ਤੁਹਾਡੇ ਅੰਦਰ ਇੰਨਾ ਦਰਦ ਤੇ ਪੀੜਾ ਹੋਣੀ ਚਾਹੀਦੀ ਹੈ ਵੀ ਤੁਸੀਂ ਉਸ ਦੀ ਮਨੋਅਵਸਥਾ ਦੀ ਪੀੜਾ ਨੂੰ ਮਹਿਸੂਸ ਕਰ ਸਕੋ। ਤੁਹਾਡੇ ਅੰਦਰ ਇੰਨੀ ਸੰਵੇਦਨਾ ਹੋਵੇ ਵੀ ਤੁਸੀਂ ਉਹ ਭਾਵੇਂ ਉਹ ਆਪਣੇ ਦਰਦ ਨੂੰ ਮਹਿਸੂਸ ਨਾ ਕਰੇ, ਪਰ ਤੁਸੀਂ ਕਰ ਸਕੋ, ਕਿਉਂਕਿ ਤੁਸੀਂ ਤੇ ਜਾਗਦੇ ਹੋ ਨਾ, ਤਾਂ ਸੁੱਤਾ ਹੋਇਆ। ਤੁਸੀਂ ਅਨੁਭਵ ਕਰ ਸਕੋ ਵੀ ਉਹ ਕਿਸ ਪੀੜ ਚੋਂ ਗੁਜ਼ਰਿਆ, ਭਾਵੇਂ ਉਹ ਨਾ ਕਰੇ। ਇੰਨੀ ਗਹਿਰਾਈ ਤੱਕ ਜਦੋਂ ਤੁਸੀਂ ਜੀਵਨ ਨੂੰ ਮਾਣਦੇ ਹੋ ਤੇ ਦੂਜੇ ਨੂੰ ਜਾਣਦੇ ਹੋ, ਤੁਸੀਂ ਸੱਚਮੁੱਚ ਧਰਮੀ ਹੋ ਜਾਂਦੇ। ਉਹ ਆਪਣੇ ਅੰਦਰ ਵਸੇ ਹੋਏ ਰੱਬ ਨੂੰ ਨਹੀਂ ਜਾਣਦਾ, ਪਰ ਤੁਸੀਂ ਉਹਦੇ ਅੰਦਰ ਵੀ ਜਾਣੋ। ਇਹੀ ਧਰਮ ਹੈ, ਇਹੀ ਸਾਡਾ ਰਾਹ ਹੈ। ਤੁਸੀਂ ਉਹਦੇ ਅੰਦਰ ਉਹ ਜਾਗ ਲਾਉਣੀ ਹੈ।
ਆਪ ਜਪਣਾ ਤੇ ਦੂਜੇ ਨੂੰ ਜਪਾਉਣ ਦਾ ਅਰਥ ਇਹੋ ਹੀ ਹੈ। ਆਪ ਜੁੜਨ ਦਾ ਯਤਨ ਕਰਦੇ ਰਹਿਣਾ ਤੇ ਦੂਜੇ ਨੂੰ ਜੋੜਨ ਦਾ ਅਰਥ ਇਹੋ ਹੀ ਹੈ। ਉਹਦੇ ਅੰਦਰ ਵੀ ਉਹੋ ਜਿਹਾ ਆਤਮਿਕ ਜੀਵਨ ਸੰਚਾਰਿਤ ਕਰਨਾ ਹੈ, ਪੈਦਾ ਕਰਨਾ ਹੈ। ਪਰ ਉਹਦੇ ਲਈ ਤੁਹਾਨੂੰ ਕਿੱਡੇ ਵੱਡੇ ਪੇਸ਼ੈਂਸ, ਧੀਰਜ, ਟਿਕਾਓ, ਸਬਰ ਚਾਹੀਦਾ ਹੈ। ਬੜੇ ਡਿੱਗੇ ਹੋਏ ਮਨੁੱਖ, ਇਖਲਾਕ ਤੋਂ ਡਿੱਗੇ ਹੋਏ, ਕਰਮ ਤੋਂ ਡਿੱਗੇ ਹੋਏ, ਵਿਹਾਰ ਤੋਂ ਡਿੱਗੇ ਹੋਏ ਮਿਲਣਗੇ। ਉਹਨਾਂ ਦਾ ਭਲਾ ਲੋਚਣਾ ਹੀ ਧਰਮ ਹੈ। ਸਤਿਗੁਰੂ ਮਹਾਰਾਜ ਇੱਥੇ ਇਹੀ ਬਖਸ਼ਿਸ਼ ਕਰ ਰਹੇ ਨੇ। ਫਿਰ ਅੱਗੇ ਕਹਿੰਦੇ ਨੇ, ਰਾਮ ਸੰਗ ਨਾਮਦੇਵ ਜਨ ਕੋ ਪ੍ਰਤੱਗਿਆ ਹੀ। ਪ੍ਰਤੱਗਿਆ ਦਾ ਮਤਲਬ ਹੁੰਦਾ ਹੈ, ਜਿਵੇਂ ਆਪਾਂ ਕਹਿੰਦੇ ਨਾ, ਪ੍ਰਤੱਗਿਆ ਕੀਤੀ, ਕਮਿਟਮੈਂਟ ਕੀਤੀ, ਜਾਨੀ ਕਿ ਵਾਅਦਾ ਕੀਤਾ, ਪ੍ਰਣ ਕੀਤਾ। ਇਹਦਾ ਭਾਵ ਸ਼ਰਧਾ ਵੀ ਹੈ, ਯਕੀਨ ਵੀ ਹੈ। ਰਾਮ ਸੰਗ, ਸਰਵ ਵਿਆਪੀ ਪਰਮੇਸ਼ਰ ਦੇ ਉੱਤੇ ਨਾਮਦੇਵ ਦਾ ਯਕੀਨ, ਭਰੋਸਾ, ਇਕਤਾਦ ਵੱਜ ਗਿਆ, ਸ਼ਰਧਾ ਵੱਜ ਗਈ ਹੈ, ਪੂਰਨ ਅਟਲ ਵਿਸ਼ਵਾਸ ਟਿਕ ਗਿਆ ਹੈ। ਤੇ ਮੈਂ ਸਮਰਪਣ ਭਾਵ ਦੇ ਨਾਲ ਉਸ ਦੇ ਰਾਹ ਦੇ ਉੱਤੇ ਤੁਰ ਪਿਆ ਹਾਂ, ਉਸ ਨੂੰ ਜਾਣਨ ਵਾਸਤੇ, ਉਸ ਨੂੰ ਜੀਣ ਵਾਸਤੇ। ਫਿਰ ਕਹਿੰਦੇ ਨੇ, ਇਕਾਦਸ਼ੀ ਬ੍ਰਤ ਰਹਿ ਕਾਹੇ ਕੋ ਤੀਰਥ ਜਾਏ। ਹੁਣ ਮੈਨੂੰ ਕਿਸੇ 1 ਤੇ 10, 11ਵੀਂ ਤਿੱਥ ਦੇ ਜਿਹੜੇ ਵਰਤ ਹੁੰਦੇ, ਵਰਤਾਂ ਦੀ ਵੈਸੇ ਭਾਈ ਕਾਹਨ ਸਿੰਘ ਨਾਭਾ ਜੀ ਨੇ ਲਿਖਿਆ ਵੀ ਕੋਈ ਗਿਣਤੀ ਨਹੀਂ ਕੀਤੀ ਜਾਏ, ਇੰਨੇ ਕਿਸਮ ਦੇ ਵਰਤ ਨੇ। ਹਰ ਇੱਕ ਦੇਵੀ ਦੇਵਤੇ ਨੂੰ ਜਾਂ ਕਿਸੇ ਜਗ੍ਹਾ ਨੂੰ ਮੰਨਣ ਵਾਲੇ ਲੋਕ ਵਰਤ ਰੱਖਦੇ ਨੇ। ਉਹਨਾਂ ਵਰਤਾਂ ਦੇ ਪਿੱਛੇ ਮੂਲ ਭਾਵਨਾ ਹੁੰਦੀ ਹੈ ਵੀ ਸਾਡੇ ਦੁੱਖ, ਸਾਡੇ ਪਾਪ, ਸਾਡੇ ਕਲੇਸ਼ ਕੱਟੇ ਜਾਣ, ਸਾਡੀ ਜਿਹੜੀ ਵਿਪਦਾ ਦੂਰ ਹੋ ਜਾਏ। ਤੇ ਜਿਸ ਦੀ ਯਾਦ ਵਿੱਚ ਜਾਂ ਜਿਸ ਨੂੰ ਮੰਨਦਿਆਂ ਵਰਤ ਰੱਖੇ, ਉਹਦੀ ਕਿਰਪਾ, ਉਹਦਾ ਵਾਰ ਸਾਡੇ ਤੇ ਹੋਵੇ। ਇੱਛਾ ਪਿੱਛੇ ਕੁਝ ਨਾ ਕੁਝ ਹਾਸਲ ਕਰਨ ਦੀ। ਪਰ ਭਗਤ ਜੀ ਇੱਥੇ ਕਹਿੰਦੇ, ਮੈਂ ਇਹੋ ਜਿਹਾ ਭਰਮ ਪਖੰਡ ਨਹੀਂ ਕਰਦਾ। ਇਕਾਦਸ਼ੀ ਬ੍ਰਤ ਰਹਿ ਕਾਹੇ ਕੋ ਤੀਰਥ ਜਾਈ। ਹੁਣ ਵਰਤਾਂ ਵਾਲੀ ਖੇਡ ਵੀ ਰਹਿ ਗਈ ਤੇ ਤੀਰਥਾਂ ਤੇ ਮੈਂ ਕਿਉਂ ਜਾਵਾਂ। ਮੈਂ ਕਿਸੇ ਤੀਰਥ ਉੱਤੇ ਭਟਕਦਾ ਨਹੀਂ। ਆਪਣੇ ਪਾਪ ਦੂਰ ਕਰਨ ਲਈ ਜਾਂ ਮੁਕਤੀ ਦਾ ਦਰ ਹਾਸਲ ਕਰਨ ਲਈ ਜਾਂ ਰੱਬ ਦੀ ਖੁਸ਼ਨੂਦੀ ਹਾਸਲ ਕਰਨ ਲਈ ਕਿਤੇ ਨਹੀਂ ਜਾਂਦਾ। ਕਿਉਂਕਿ ਮੇਰਾ ਜਿਹੜਾ ਕਰਮ ਹੈ, ਰਾਮ ਸੰਗ ਨਾਮਦੇਵ ਜਨ ਕੋ ਪ੍ਰਤੱਗਿਆ ਹੀ। ਫਿਰ ਅਖੀਰਲੀ ਪੰਕਤੀ 'ਚ ਕਹਿੰਦੇ ਨੇ, ਭਨਤ ਨਾਮ ਦਿਓ, ਹੇ ਨਾਮ ਦਿਓ ਆਖ, ਸੁਕ੍ਰਿਤ ਸੁਮਤ ਭਏ। ਮੈਨੂੰ 2 ਦਾਤਾਂ ਮਿਲ ਗਈਆਂ ਹਨ, ਇੱਕ ਹੈ ਸੁਮਤ ਤੇ ਦੂਜੀ ਹੈ ਸੁਕ੍ਰਿਤ। ਸੁਮਤ ਦਾ ਭਾਵ ਹੈ ਚੰਗੀ ਮਤ, ਜਿਹੜੀ ਪੋਜ਼ਿਟਿਵ ਥਾਟ ਪ੍ਰੋਸੈਸ ਕਰਦੀ ਹੈ, ਚੰਗੇ ਖਿਆਲਾਂ ਦਾ ਅਭਿਆਸ ਕਰਨ ਵਾਲੀ ਹੈ। ਉਹ ਸੁਮਤ ਜਿਹਨੂੰ ਆਪਾਂ ਕਹਿੰਦੇ ਹਾਂ ਵਿਵੇਕ ਬੁੱਧ। ਤੇ ਫਿਰ ਅਗਲਾ ਕੀ ਸਟੈਪ ਹੈ, ਵੈਸੇ ਇਹ ਸ਼ਬਦ ਪਹਿਲੋਂ ਵਰਤਿਆ, ਸੁਕ੍ਰਿਤ, ਚੰਗੀ ਕਿਰਤ, ਚੰਗਾ ਕਰਮ। ਉਹ ਕਰਮ ਜਿਹੜਾ ਸਾਫ ਸੁਥਰਾ, ਪਵਿੱਤਰ, ਉੱਤਮ, ਉਜਲਾ ਹੈ। ਹਰ ਕੋ ਨਾਮ ਜਪ ਨਿਰਮਲ ਕਰਮ। ਫਿਰ ਅਖੀਰ ਤੇ ਫਰਮਾਉਂਦੇ ਹਨ, ਗੁਰਮਤਿ ਰਾਮ ਕਹਿ ਕੋ ਨਾ ਬੈਕੁੰਠ ਗਏ। ਗੁਰੂ ਦੀ ਮਤ ਰਾਹੀਂ ਹੇ ਭਾਈ ਪਰਮੇਸ਼ਰ ਨੂੰ ਜਿਹੜੇ ਜਪਦੇ ਹਨ, ਕਿਹੜਾ ਹੈ ਜਿਸ ਨੇ ਆਤਮਕ ਹੁਲਾਰਿਆਂ ਦਾ ਸੱਚਖੰਡ ਨਹੀਂ ਮਾਣਿਆ, ਜਿਸ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੁੜ ਕੇ ਆਪਣੀ ਸੁਰਤ ਨੂੰ ਸੱਚ ਦੇ ਖੰਡ ਵਿੱਚ ਨਹੀਂ ਟਿਕਾਇਆ, ਬੈਕੁੰਠ ਵਿੱਚ ਨਹੀਂ ਟਿਕਾਇਆ। ਹਜ਼ੂਰ ਆਖਦੇ ਨੇ, ਉਹ ਸਦਾ ਹੀ ਆਤਮਕ ਤਲ ਦੇ ਉੱਤੇ ਸੱਚ ਦੇ ਖੰਡ ਨੂੰ, ਸੱਚ ਦੇ ਹਿੱਸੇ ਨੂੰ ਮੰਨਦੇ ਹਨ। ਉਹਨਾਂ ਦੀ ਸੁਰਤ ਸਦਾ ਹੀ ਸੱਚ ਦਾ ਭਾਗ, ਅਖੰਡ ਭਾਗ ਬਣੀ ਰਹਿੰਦੀ ਹੈ। ਜਿਹੜੇ ਜੀਵ ਗੁਰੂ ਦੀ ਮੱਤ ਰਾਹੀਂ ਪਰਮੇਸ਼ਰ ਦੇ ਨਾਮ, ਇਬਾਦਤ, ਉਹਦੇ ਗੁਣਾਂ ਨਾਲ ਜੁੜਦੇ ਹਨ। ਸਤਿਗੁਰੂ ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।